दैनिक सवेरा, नया सवेरा, नई खबर। हम रखते हैं दुनिया की खबर, हम लाते हैं देश की खबर, हर प्रदेश की खबर, हर धर्म, हर विश्वास की खबर, कारोबारी दुनिया की खबर, खूबसूरती पे नजर, फिल्मी दुनिया की खबर, खेल कूद की खबर, कुछ खास खबर। दैनिक सवेरा, नया सवेरा, नई खबर। ਕੀ ਮੱਖੀਆਂ ਮਾਰੀ ਜਾਂਦੇ ਪਿਓ ਤੁਸੀਂ? ਉਹ ਭਾਜੀ ਮੱਖੀਆਂ ਹੀ ਮਾਰਨੀਆਂ। ਵਾਈਟ ਡਾਇਮੰਡ ਕੈਲੀਫੋਰਨੀਆ ਵਾਲੇ ਡਰਾਈ ਫਰੂਟ ਦਾ ਸਾਰਾ ਗਾਹ ਖਿੱਚ ਕੇ ਲੈ ਗਏ। ਸਾਡੀ ਐਤਕੀ ਦੀਵਾਲੀ ਲੱਗੀ ਨਹੀਂ। ਕਰਦਾ ਆਇਆ ਹੋਰ ਵਾਕਈ ਹਾਲ ਤੇ ਮਾੜਾ ਹੀ ਹੈ। ਹੈਲੋ ਹਾਂਜੀ ਵਾਈਟ ਡਾਇਮੰਡ ਤੋਂ ਬੋਲ ਰਹੇ ਜੀ? ਹਾਂਜੀ ਮੈਂ ਵਾਈਟ ਡਾਇਮੰਡ ਤੋਂ ਬੋਲ ਰਿਹਾ ਜੀ। ਉਹ ਭਾਜੀ ਕਿੰਨਾ ਸਸਤਾ ਮਾਲ ਵੇਚਦੇ ਪਿਓ, ਕੀ ਬਣੇਗਾ ਸਾਡਾ? ਮੇਰਾ ਮਕਸਦ ਹੈ ਕਿ ਮੈਂ ਜਨਤਾ ਨੂੰ ਰੀਜ਼ਨੇਬਲ ਪ੍ਰਾਈਸਿਸ ਤੇ ਚੰਗਾ ਮਾਲ ਪ੍ਰੋਵਾਈਡ ਕਰਾਂ। ਜਿਸ ਰੇਟ ਤੇ ਤੁਸੀਂ ਵੇਚਦੇ ਪਏ ਨਾ ਉਸ ਰੇਟ ਤੇ ਤਾਂ ਸਾਨੂੰ ਕਾਸਟ ਵੀ ਨਹੀਂ ਕਰਦਾ। ਮੈਂ ਜੀ ਕੈਲੀਫੋਰਨੀਆ ਦੇ ਵਿੱਚ ਖੁਦ ਸਾਰਾ ਮਾਲ ਖੇਤੀ ਆਪ ਕਰਦਾ, ਅਸੀਂ ਆਪ ਪੈਦਾ ਕਰਦੇ ਹਾਂ ਤਾਂ ਡਾਇਰੈਕਟਲੀ ਇੱਥੇ ਵਾਈਟ ਡਾਇਮੰਡ ਤੇ ਲਿਆ ਕੇ ਅਸੀਂ ਵੇਚਦੇ ਹਾਂ। ਭਾਜੀ ਅਸੀਂ ਕਿੱਥੋਂ ਰੋਟੀ ਖਾਵਾਂਗੇ, ਸਾਡਾ ਵੀ ਕੁਝ ਸੋਚੋ ਨਾ। ਦੇਖੋ ਜੀ ਤੁਸੀਂ ਸਾਡੇ ਕੋਲੋਂ ਹੋਲਸੇਲ 'ਚ ਮਾਲ ਖਰੀਦੋ, ਚੰਗਾ ਮਾਲ ਖਰੀਦੋ ਤੇ ਜਨਤਾ ਨੂੰ ਚੰਗਾ ਮਾਲ ਪ੍ਰੋਵਾਈਡ ਕਰੋ ਤਾਂ ਉਹ 'ਚ ਤੁਹਾਡਾ ਵੀ ਫਾਇਦਾ ਹੋਏਗਾ ਤਾਂ ਜਨਤਾ ਦਾ ਵੀ ਫਾਇਦਾ ਹੋਏਗਾ। ਆਪਾਂ ਹੁਣੇ ਆਏ ਜੀ। ਕੀ ਕਹਿੰਦੇ? ਗੱਲ ਹੀ ਬਣ ਗਈ। ਉਹ ਵਾਈਟ ਡਾਇਮੰਡ ਵਾਲੇ ਕਹਿੰਦੇ ਨੇ ਕਿ ਅਸੀਂ ਹੋਲਸੇਲ ਦਾ ਕੰਮ ਵੀ ਕਰਦੇ ਹਾਂ, ਤੁਸੀਂ ਸਾਡੇ ਕੋਲ ਡਰਾਈ ਫਰੂਟ ਲਓ, ਲੋਕਾਂ ਨੂੰ ਵੇਚੋ ਤੇ ਆਪਣਾ ਪ੍ਰੋਫਿਟ ਕਮਾਓ। ਆਓ ਚਲਿਏ ਫਿਰ। ਚਲੋ ਐ ਸਾਡੇ ਹੋਲ ਕਿਸ ਕੰਮ ਛੁੱਟੋ ਲਓ। रोटरी क्लब जलंधर वैस्ट ਅਤੇ दैनिक सवेरा ਦੇ ਵੱਲੋਂ ਅੱਜ ਇੱਕ ਵਾਕਾਥੌਨ ਦਾ ਆਯੋਜਨ ਕੀਤਾ ਗਿਆ। ਵਾਕਾਥੌਨ 24 ਅਕਤੂਬਰ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਵਿਸ਼ਵ ਪੋਲੀਓ ਦਿਵਸ ਨੂੰ ਸਮਰਪਿਤ। ਆਰਿਆ ਸਮਾਜ ਮੰਦਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਹਫ਼ਤਾਵਾਰੀ ਜਗ ਦਾ ਆਯੋਜਨ, ਸੰਗਤਾਂ ਨੇ ਵੱਧ ਚੜ੍ਹ ਕੇ ਲਿਆ ਹਿੱਸਾ। बाबा साहब BR अंबेडकर सरकारी सह सिक्ख्या कॉलेज बूटा मंडी जलंधर ने गुरु नानक देव यूनिवर्सिटी अमृतसर वालों करवाए जोनल युवक मेले विच लिया भाग, कीती जित प्राप्त। सत श्री अकाल, सवेरा सिटी जलंधर विच तुहाडा स्वागत है ते मैं भावना। खबरां दी शुरुआत करदे इस खबर तो। रोटरी क्लब जलंधर वैस्ट ਅਤੇ दैनिक सवेरा ਦੇ ਵੱਲੋਂ ਅੱਜ ਇੱਕ ਵਾਕਾਥੌਨ ਦਾ ਆਯੋਜਨ ਕੀਤਾ ਗਿਆ। ਇਹ ਵਾਕਾਥੌਨ 24 ਅਕਤੂਬਰ ਵਿਸ਼ਵ ਭਰ ਵਿੱਚ ਮਨਾਏ ਜਾ ਰਹੇ ਵਿਸ਼ਵ ਪੋਲੀਓ ਦਿਵਸ ਨੂੰ ਸਮਰਪਿਤ ਹੈ। ਇਸ ਦੇ ਨਾਲ ਹੀ ਜਲੰਧਰ ਵਾਸੀਆਂ ਨੂੰ ਵਾਕ ਫॉर ਹੈਲਥ ਦਾ ਮਤਲਬ ਸੈਰ ਕਰਨ ਲਈ ਕਿਹਾ ਹੈ, ਜੋ ਕਿ ਚੰਗੀ ਸਿਹਤ ਲਈ ਬੇहद ਜ਼ਰੂਰੀ ਹੈ। ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਵਾਕਾਥੌਨ ਵਿੱਚ ਰੋਟਰੀ ਕਲੱਬ ਜਲੰਧਰ ਵੈਸਟ ਦੇ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਲੱਬ ਮੈਂਬਰ ਅਤੇ ਵਿਦਿਆਰਥੀਆਂ ਵੱਲੋਂ ਹੱਥਾਂ 'ਚ ਤਖਤੀਆਂ ਫੜ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ दैनिक सवेरा ਦੇ ਮੁੱਖ ਸੰਪਾਦਕ ਸ਼੍ਰੀ ਸ਼ੀਤਲ ਵਿਜੇ ਤੇ ਵਿਧਾਇਕ ਰਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਾਕਾਥੌਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਉਹਨਾਂ ਨੇ ਰੋਟਰੀ ਕਲੱਬ ਜਲੰਧਰ ਵੈਸਟ ਦੇ ਪ੍ਰਧਾਨ ਰੋਟੇ ਇੰਜੀ ਦਰਸ਼ਨ ਸਿੰਘ ਅਤੇ ਨਿਊ ਰੂਬੀ ਹਸਪਤਾਲ ਦੇ MD ਕਮ PDG ਰੋਟੇ ਡਾਕਟਰ SPS ਗਰੋਵਰ ਨੂੰ ਵਾਕਾਥੌਨ ਦੇ ਆਯੋਜਨ ਤੇ ਵਧਾਈ ਦਿੱਤੀ। तेरे शहर नाल लाइया ने गरारियां, तेरे नाल दिल ला लिया, तेरे शहर नाल लाइया ने ठग लाई वेगता जट दी सादा विसाख होया। मतलब ये कि असी वाहिगुरु ने जो सानू जिंदगी दी है असी उन्हें पूरी शिद्दत नाल निभा रहे हैं, पूरी मेहनत करके। और अज संडे वाले दिन भी जो अज RMP ने और दैनिक सवेरा ने और रोटरी क्लब ने एक बड़ा वधिया उपराला किया कि लोगों को मोटिवेट किया जाए। सारे जलंधरियां नू, सारे जलंधर वासियां नू असी ये मैसेज देना है कि रोज सवेरे सैर करो। थोड़े 7 बजे नहीं 5 बजे करो। एक्सरसाइज बहुत वधिया है। हाँ
ਡਾਕਟਰ ਪਵਨ ਗੁਪਤਾ ਸਾਡੇ ਵਿਚਾਰ ਨੇ, ਇਹ ਸਾਡੇ ਡਿਸਟ੍ਰਿਕਟ ਪੋਲੀਓ ਇੰਚਾਰਜ ਨੇ। ਹੀ ਇਜ਼ ਚੇਅਰਮੈਨ ਆਫ ਦੀ ਡਿਸਟ੍ਰਿਕਟ ਪੋਲੀਓ 3070। तो ਤੁਹਾਡਾ ਵੀ ਬਹੁਤ ਸਵਾਗਤ ਹੈ। ਅੱਜ ਬੜਾ ਸਾਡੇ ਲਈ ਖੁਸ਼ਕਿਸਮਤ ਵਾਲਾ ਦਿਨ ਹੈ, ਬੜਾ ਸੁਭਾਗਾ ਦਿਨ ਹੈ ਕਿ ਸਾਡੇ ਸਾਰੇ ਕਲੱਬ ਰੋਟਰੀ ਇੰਨਰ ਵੇਲ, ਰੋਟਰੀ ਹੈਲਪਿੰਗ ਹੈ, ਰੋਟਰੀ ਵੇਸਟ, ਅਸੀਂ ਸਾਰੇ ਇਕੱਠੇ ਹੋ ਕੇ ਅੱਜ ਦਾ ਵਕਤਨ ਕਰ ਰਹੇ ਹਾਂ। ਅੱਜ ਬੜਾ ਸਪੈਸ਼ਲ ਡੇ ਸੀ ਸਾਡਾ, ਪੋਲੀਓ ਡੇ, ਵਰਲਡ ਪੋਲੀਓ ਡੇ। ਉਹਦੇ ਲਈ ਵੀ ਅਸੀਂ ਇਸ ਵਕਤਨ ਦਾ ਆਯੋਜਨ ਕੀਤਾ ਹੈ। ਮੈਂ ਸਾਰਿਆਂ ਦਾ ਇੱਥੇ ਆਇਆ ਦਾ ਬਹੁਤ ਹੀ ਧੰਨਵਾਦ ਕਰਦਾ, ਜੀ ਆਇਆਂ ਕਹਿੰਦਾ। ਸਪੈਸ਼ਲੀ ਸਾਡੇ ਅੱਜ ਦੇ ਗੈਸਟ ਸ਼ੀਤਲ ਵਿੱਚ ਜੀ, ਸ਼੍ਰੀ ਰਤਨ ਅਰੋੜਾ MLA ਜੀ, ਸੁਭਾਸ਼ ਜੀ, ਸੈਣੀ ਸਾਹਿਬ, ਮਨਹਾਸ ਸਾਹਿਬ, ਬਾਕੀ ਸਾਰੇ ਜਿੰਨੇ ਵੀ ਸਾਡੇ ਮਿੱਤਰ ਦੋਸਤ ਰਿਸ਼ਤੇਦਾਰ ਆਏ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਬਸਤੀਆਂ ਜਾਗਰੂਕ ਦਿਵਸ ਦੀਆਂ, ਮੈਂ ਤਾਂ ਕਹਿੰਦਾ ਜਾਗਰੂਕ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਜੋ ਅੱਜ ਇਹ ਗ੍ਰੀਨ ਦੀਵਾਲੀ ਦਾ ਸੰਦੇਸ਼ ਜੋ ਸਾਰੇ ਰੋਟਰੀ ਕਲੱਬ ਨੇ ਦਿੱਤਾ, ਜੋ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਔਰ ਮੈਂ ਚਾਹੁੰਦਾ ਇਹ ਸਮਾਜ ਦੀ ਜੋ ਇਹ ਸੇਵਾ ਕਰ ਰਹੇ, ਉਹ ਸਰਕਾਰਾਂ ਦਾ ਕੰਮ ਹੈ ਜੋ ਇਹ ਕੰਮ ਕਰ ਰਹੇ ਨੇ। ਔਰ ਸਾਡੇ ਪ੍ਰਮੁਖੀ, ਸਾਡੇ ਜਲੰਧਰ ਸ਼ਹਿਰ ਦੀ, ਪੰਜਾਬ ਦੀ ਸ਼ਾਨ ਦੈਨਿਕ ਸਵੇਰਾ ਤੋਂ ਸ਼ੀਤਲ ਵਿੱਚ ਜੀ, ਜੋ ਸਾਨੂੰ ਹਮੇਸ਼ਾ ਮਾਰਗਦਰਸ਼ਨ ਦਿੰਦੇ, ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ। ਔਰ ਸਾਰੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਰਿਆਂ ਜਿਹੜਾ ਪੋਲੀਓ ਡੇ 'ਤੇ ਆਯੋਜਨ ਕੀਤਾ ਜਾ ਰਿਹਾ ਹੈ, ਸਾਰੇ ਤਿੰਨਾਂ ਕਲੱਬਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਉਹਦੇ ਬੜਾ ਨੋਬਲ ਕੰਮ ਹੈ ਜਿਹੜਾ ਇਹ ਕਰਨ ਜਾ ਰਹੇ ਨੇ। ਸਾਡੇ ਇਲਾਕੇ ਦੇ ਬਹੁਤ ਹੀ ਸੂਝਵਾਨ ਤੇ ਨੌਜਵਾਨ MLA ਰਮਨ ਅਰੋੜਾ ਜੀ ਇਸ ਯਾਤਰਾ ਦੀ ਅਗਵਾਈ ਕਰ ਰਹੇ ਨੇ। ਔਰ ਹਮੇਸ਼ਾ ਇਸ ਤਰ੍ਹਾਂ ਦੇ ਨੋਬਲ ਕੰਮਾਂ ਵਿੱਚ ਸਭ ਤੋਂ ਪਹਿਲਾਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਮੈਂ ਇਹਨਾਂ ਦਾ ਇੱਥੇ ਆਉਣ 'ਤੇ ਬਹੁਤ ਧੰਨਵਾਦ ਕਰਦਾ। ਔਰ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਸ਼ਹਿਰ ਦੇ ਵਿੱਚ ਮੈਰਾਥਨ ਦੌੜ ਨਿਕਲ ਰਹੀ ਹੈ। ਡਾਕਟਰ ਰੋਜ਼ਾਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹੈ। ਇਸ ਤਰ੍ਹਾਂ ਦੇ ਕੰਮ ਹਮੇਸ਼ਾ ਕਰਦੇ ਰਹਿਣ, ਮੈਂ ਹੀ ਅਰਦਾਸ ਕਰਦਾ ਸਾਡੇ MLA ਸਾਹਿਬ ਨੂੰ ਲੰਬੀ ਆਯੂ ਦੇਵੇ ਔਰ ਇਸੇ ਤਰ੍ਹਾਂ ਸਮਾਜ ਦੀ ਸੇਵਾ ਵਿੱਚ। ਆਰਿਆ ਸਮਾਜ ਮੰਦਿਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਵਿਸ਼ੇਸ਼ ਹਫ਼ਤਾਵਾਰੀ ਜਗ ਦਾ ਆਯੋਜਨ ਕਰਵਾਇਆ ਗਿਆ। ਆਰਿਆ ਸਮਾਜ ਦੇ ਮੁਖੀ ਸ਼੍ਰੀ ਰਣਜੀਤ ਆਰਿਆ ਜੀ ਦੀ ਪ੍ਰਧਾਨਗੀ ਹੇਠ ਇਹ ਹਵਨ ਜਗ ਕਰਵਾਇਆ ਗਿਆ। ਇਸ ਮੌਕੇ ਮੁੱਖ ਜਜਮਾਨ ਹਰਵਿੰਦਰ ਸਿੰਘ ਸਚਦੇਵਾ ਅਤੇ ਰਜਨੀ ਸਚਦੇਵਾ ਨੇ ਪਵਿੱਤਰ ਵੈਦ ਮੰਤਰਾਂ ਨਾਲ ਜਗ ਵਿੱਚ ਆਹੂਤੀਆਂ ਪਾਈਆਂ। ਆਚਾਰਿਆ ਸੁਸ਼ੀਲ ਆਰਿਆ ਵੱਲੋਂ ਇਸ ਜਗ ਨੂੰ ਵਿਧੀ ਵਿਧਾਨ ਦੇ ਨਾਲ ਸੰਪੂਰਨ ਕਰਵਾਇਆ ਗਿਆ। ਆਰਿਆ ਸਮਾਜ ਦੇ ਪ੍ਰਸਿੱਧ ਭਜਨ ਗਾਇਕ ਸੋਨੂ ਭਾਰਤੀ, ਰਵੀ ਪੋਟਵਾਲ ਨੇ ਭਗਤੀ ਦੇ ਗੀਤ ਸੁਣਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਮਾਹੌਲ ਨੂੰ ਭਗਤੀਮਈ ਬਣਾਇਆ। ਪ੍ਰਧਾਨ ਰਣਜੀਤ ਆਰਿਆ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਮਹਾਮੰਤਰੀ ਹਰਸ਼ ਲਖਨਪਾਲ ਵੀ ਮੌਜੂਦ ਸਨ। दीपावली पर ऋषि धर्म निर्वाण दिवस, दीपावली वाले दिन ही ऋषि को कहते कि सभी दीपक जल रहे थे। तो उस समय भी आचार्य ने बहुत सुंदर बात कही कि गुरुदत्त जो एक धार्मिक नहीं था, वो मानता ही था कि धर्म है कुछ। जब उसने देखा कि ऋषि दयानंद ने कहा सभी के दरवाजे खोल दो, मेरे पीछे आ जाओ, क्योंकि उन्होंने जिस प्रकार
17 बार जहर दिया गया। कहते हैं फूट फूट कर हर एक नस से शीशा ऊपर आया। किस प्रकार कवि ने बातें लिखी हैं। कवि तो मेरे सामने बैठे हैं, हमारे सामने कवि जी बैठे हैं। राम मंच कला केंद्र एवीएन फ्रंट दशहरा कमेटी फेस 1 च श्री गीता मंदिर च 14 साल बाद श्री रामचंद्र अपने परिवार समेत अयोध्या वापस आए थे। इस तहत भारत मिलाप का दृश्य दर्शाया गया। इस दौरान श्री राम जी का राज तिलक भी किया गया। इस मौके सारे कलाकार भी मौजूद सन। आज फ्रंट दशहरा कमेटी की ओर से राज तिलक भारत मिलाप का आयोजन किया गया। फ्रंट दशहरा कमेटी के प्रधान श्री मिंटू जनेजा जी, मेयर केश कनौजिया, चेयरमैन फ्रंट दशहरा कमेटी, कैशियर सोनू बदराजा जी, बलजिंदर पोपी जी, पप्पू जी, शशि भगत जी, सारे मित्रगण, सारे दोस्त, जतिंदर सिंह चावला जी, गीता मंदिर अर्बन स्टेट फेस 1 में आज भारत मिलाप का प्रोग्राम रखा गया था। रामचंद्र महाराज जी का राज्य तिलक शेक करना था, वो किया है। ये दशहरा फ्रंट दशहरा कमेटी वालों 1वां दशहरा सी और उस तो बाद राज तिलक का परसों दिवाली है, जो भगवान श्री राम वर अपने घर वापस आए सी ते लोगों ने दिवाली मनाई सी। 14 साल बाद अयोध्या वापस आए ने और इस मौके ते सारिਆਂ ਨੂੰ बहुत लख लख बधाई। एक बारी मैं फिर सारे का धन्यवाद करदा, सारे उन्होंने दोस्तों का, उन्होंने मैंबर साहबाना का, जिन्हों ने एक दिन तो पहले दिन तो चाहे वो रामलीला के रूप में, चाहे वो दशहरे के रूप में एक पल जिन्हें ला के इस आयोजन को कामयाब किया है। बाबा साहब BR अंबेडकर सरकारी सह सिक्ख्या कॉलेज बूटा मंडी जलंधर ने गुरु नानक देव यूनिवर्सिटी अमृतसर वालों करवाए जोनल युवक मेले विच भाग लिया। इसका आयोजन 19 तो 21 अक्तूबर 2022 तक 3 दिनों लिए किया गया सी। यूथ गतिविधियां के इंचार्ज डॉक्टर रजनीश कुमार ने दस्सिया कि कॉलेज वालों इस युवक मेले विच 73 आइटमां च भाग लिया गया है, जिस विच समूह शब्द भजन, समूह स्लीप, क्लासिकल संगीत, वोकल, पेंटिंग, कार्टून मेकिंग, कॉलेज पोस्टर, डांस, गिद्धा होर कई तरह के प्रोग्राम किए गए ने। वाइस प्रिंसीपल डॉक्टर कमल किशोर वालों समय समय ते योग अगवाई दी गई है, जिस कारण कॉलेज के विद्यार्थियों ने इस यूथ मेले विच शानदार प्रदर्शन करदे जोनल फैसटीवल की ओवरऑल ऑनरअप ट्रॉफी हासिल की। जलंधर च समाजवादी पार्टी के वर्करां वालों समाजवादी पार्टी के सुप्रीमो श्री मुलायम सिंह यादव नूं भावभीनी श्रद्धांजलि दी है। समाजवादी पार्टी पंजाब यूनिट वालों पिछले दिनी पार्टी के सुप्रीमो और साबका मुख्यमंत्री यूपी के साबका केंद्रीय रक्षा मंत्री श्री मुलायम सिंह यादव के अचानक अकाल चलाना कर जाण ते जिथे पूरे देश में श्रद्धांजलि समागम रखे गए, उत्थे जलंधर विच पंजाब यूनिट वालों श्री मुलायम सिंह यादव की शोक सभा यादव मार्केट नकोदर रोड विखे रखी गई, जिस विच पंजाब भर के अहुदेदारां अते समाजवादी पार्टी के वर्करां वालों अपने आदर्श नेता श्री मुलायम सिंह यादव नूं भावभीनी श्रद्धांजलि दे 2 मिनट लई मौन रखा गया अते उन्हां दी आत्मा की शांति की प्रार्थना की गई। इस मौके समाजवादी पार्टी पंजाब के जनरल सैकटरी हरद्वारी लाल जी यादव, जलंधर सेंट्रल हल्के तो विधान सभा इलैक्शन लड़ चुके जतिंदर कुमार शर्मा, सतनाम सिंह ढिल्लो, अजीत सिंह पारगो कैंप, संजय यादव, रवि कुमार ने, विनय कुमार, राजन दुबे, शिवम, रोहित विशाल मौजूद रहे। अज पूरे हिंदुस्तान दे विच जिहड़े भी समाजवादी सोच नाल जुड़े हुए लोग ने, अज नेता जी दे जान दे गम दे विच गमगीन ने। अज उन्हां दे पार्टी हाई कमांड वालों जो दिशा निर्देशों के मुताबिक पूरे देश दे विच इक्को समय 11:30 बजे शोक सभा रखियां गईयां। अज ये शोक सभा जलंधर दे विच श्री हरद्वारी लाल यादव जी की देख रेख हेठ रखी गई। माननीय मुलायम सिंह जी की मौत तो बाद शोक सभा का आयोजन किया गया। पूरे देश के समाजवादी पार्टी और समाजवादी विचारधारा के लोग मानयोग मुलायम सिंह जी को श्रद्धांजलि दे रहे हैं। अज उन्होंने जान का विछोड़ा सारिਆਂ ਨੂੰ बहुत ज़्यादा दुख दे रहा है। 7 बारी विधायक रहे और 2 बारी उत्तर प्रदेश के मुख्यमंत्री रहे। उन्होंने देश के बहुत सारे गरीब और गुरबे जो दबे कुचले लोगों को उन्होंने मान सम्मान दिलाया। जो
ਦਰੀਆਂ ਤੇ ਬੈਠਦੇ ਸਨ, ਜ਼ਮੀਨ ਤੇ ਬੈਠਦੇ ਸਨ, ਉਹਨਾਂ ਨੂੰ ਚਾਰਪਾਈ ਔਰ ਕੁਰਸੀਆਂ ਤੇ ਬਿਠਾਇਆ। ਅੱਜ ਜੋ ਵੀ ਦੇਸ਼ ਦਾ ਗਰੀਬ ਔਰ ਗੁਰਬਾ ਜਿਤਨੇ ਵੀ ਲੋਕ ਹੈ ਉਹ ਉਹਨਾਂ ਦੀ ਦੇਣ ਹੈ ਕਿ ਉਹ ਅੱਜ ਆਪਣੀ ਕੁਰਸੀਆਂ ਤੇ ਬੈਠੇ ਹਨ, ਮਾਨ ਸਨਮਾਨ ਉਹਨਾਂ ਨੇ ਹਾਸਿਲ ਕੀਤਾ ਹੈ। ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਦਿਵਯ ਜੋਤੀ ਜਾਗਰਤੀ ਸੰਸਥਾਨ ਦੇ ਵੱਲੋਂ ਅੰਤਰਦ੍ਰਿਸ਼ਟੀ ਪ੍ਰੋਜੈਕਟ ਦੇ ਤਹਿਤ ਨੇਤਰਹੀਨ ਲੋਕਾਂ ਵੱਲੋਂ ਤਿਆਰ ਕੀਤੀਆਂ ਗਈਆਂ ਕੈਂਡਲ, ਦੀਵੇ ਅਤੇ ਹੋਰ ਕਈ ਤਰ੍ਹਾਂ ਦੇ ਦੀਵਾਲੀ ਦੇ ਸਮਾਨ ਦਾ ਸਟਾਲ ਲਗਾਇਆ ਗਿਆ। ਇਸ ਸਟਾਲ ਸਿੱਧ ਸ਼ਕਤੀਪੀਠ ਸ਼੍ਰੀ ਦੇਵੀਤਲਾ ਮੰਦਿਰ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਸਵਾਮੀ ਸੱਜਣਾਨੰਦ ਨੇ ਦੱਸਿਆ ਕਿ ਨੇਤਰਹੀਨ ਵੱਲੋਂ ਤਿਆਰ ਕੀਤਾ ਗਿਆ ਸਮਾਨ ਇਕੋ ਫ੍ਰੈਂਡਲੀ ਹੈ, ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਤੇ ਨਾਲ ਹੀ ਕਿਹਾ ਕਿ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਨੇ ਤੇ ਇਸਤੇਮਾਲ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਵਾਤਾਵਰਨ ਨੂੰ ਸਾਫ਼ ਅਤੇ शुद्ध रखा जाए। मेरा नाम स्वामी सज्जनानंद है जी। दिव्य ज्योति जागृति संस्थान जिसके संस्थापक और संचालक हैं हमारे गुरुदेव सर्व श्री आशुतोष महाराज जी। गुरुदेव की प्रेरणा से संस्थान द्वारा बहुत सारे आध्यात्मिक सामाजिक प्रकल्प चलाए जाते हैं, जिनमें से एक प्रकल्प है अंतर्दृष्टि। अंतर्दृष्टि एक ऐसा प्रकल्प है जिसके भीतर हमने जो नेत्रहीन वर्ग है और जो दिव्यांग वर्ग है उनको कारखाने लगा कर दिए गए हैं और उन कारखानों में उनको कर्मचारियों के रूप में नियुक्त किया गया है। और उसमें वह क्या करते हैं, वह सुंदर सुंदर मोमबत्तियां बनाते हैं, दिए बनाते हैं और उनके द्वारा जो मोमबत्तियां बनाई जाती हैं, दिए बनाए जाते हैं, वह इको फ्रेंडली होते हैं, वातावरण को प्रदूषित नहीं करते, लो स्मोक होते हैं और हर एक मोमबत्ती में, दिए में अलग अलग फ्रेग्रेंस होती है, एरोमा कैंडल्स होती हैं। तो यह जो प्रकल्प है उनकी सहायता के लिए संस्थान चला रहा है। अब जब वो मोमबत्तियां, दिए बनाते हैं, उनके द्वारा यह जो निर्मित उत्पाद हैं तो हमारे दिव्य ज्योति जागृति संस्थान के जहाँ पर भी आश्रम है वहाँ पर यह दिए, मोमबत्तियाँ उपलब्ध होती हैं और जो भी इनको खरीदता है उनसे जो धन आता है वह इन्हीं वर्ग को दिया जाता है, जो दिव्यांग और नेत्रहीन वर्ग है। इसके पीछे उद्देश्य यह है कि यह जो अपने भीतर आत्मविश्वास की कमी को महसूस करते हैं और यह जो सोचते हैं कि हम समाज की मुख्य धारा से बहुत दूर हैं, तो उनके इस थॉट प्रोसेस को चेंज करने के लिए कि नहीं, आप भी समाज का एक हिस्सा हैं, उनको समाज की मुख्य धारा के साथ जोड़ने के लिए यह प्रयास जारी है और उनको किसी एहसान की, किसी की दया की ज़रूरत ना पड़े। उनको भी जब वह दिए बनाते हैं, मोमबत्तियां बनाते हैं, तो उनको लगता है कि हम कुछ करके कुछ कमा रहे हैं, कुछ पा रहे हैं, उनको किसी दया या एहसान की ज़रूरत नहीं और उनमें जो सोया स्वाभिमान है वह जागृत होता है। अंतर्दृष्टि, भीतर की दृष्टि, और भीतर की दृष्टि का मतलब यह है भीतर की शक्तियों के साथ जुड़कर जब बिखरी हुई ऊर्जा को वह समेटकर इस कार्य में लगते हैं तो परिणाम बहुत सकारात्मक होते हैं। तो यह जो अंतर्दृष्टि प्रकल्प है उनकी सहायता के लिए है। और चूंकि हम जालंधर में हैं, इस वक्त श्री देवीतला मंदिर के पवित्र प्रांगण में खड़े हैं। ਜਲੰਧਰ ਦੇ ਬਸਤੀ ਬਾਵਾ ਖੇਲ ਚੂਨਾ ਪੱਟੀ ਰੋਡ ਦੇ ਕੋਲ ਨਿਊ ਕਬੀਰ ਮੰਦਰ ਦੁਕਾਨ ਦੇ ਬਾਹਰ 10 ਤੋਂ 15 ਨੌਜਵਾਨਾਂ ਦੀ ਆਪਸ 'ਚ ਲੜਾਈ ਹੋ ਗਈ ਹੈ, ਜਿਸ ਤੋਂ ਬਾਅਦ ਉਹ ਝਗੜਾ ਕਰਦੇ ਸਮੇਂ ਇੱਕ ਅਣਜਾਣ ਵਿਅਕਤੀ ਦੀ ਦੁਕਾਨ 'ਚ ਵੜ ਗਿਆ ਤੇ ਦੁਕਾਨ ਦੇ ਸਾਰਾ ਸਮਾਨ ਦੁਕਾਨ ਦਾ ਉਹਨਾਂ ਨੇ ਖਰਾਬ ਕਰ ਦਿੱਤਾ, ਤੋੜ-ਫੋੜ ਕਰ ਦਿੱਤੀ ਹੈ। ਦੁਕਾਨਦਾਰ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹ ਬਾਹਰ ਨਹੀਂ ਨਿਕਲੇ, ਸਗੋਂ ਦੁਕਾਨ ਦਾ ਸਾਰਾ ਸਮਾਨ ਖਿਲਾਰ ਦਿੱਤਾ। ਦੁਕਾਨਦਾਰ ਦੀ ਐਕਟਿਵਾ ਤੇ ਬਾਈਕ ਦਾ ਵੀ ਨੁਕਸਾਨ ਹੋਇਆ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨਾਂ ਪੱਖਾਂ ਦੀ ਗੱਲ ਸੁਣੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲਾ ਭਾਈ ਇਦਾਂ ਸੀਗਾ, ਬਾਹਰ ਕੋਈ ਮੁੰਡੇ ਆਪਸ ਵਿੱਚ ਲੜਦੇ ਪਏ ਸੀਗੇ ਤੇ ਇੱਕ ਆਪਣਾ ਬਚਾਅ ਕਰਨ ਲਈ ਅੰਦਰ ਭੱਜਿਆ ਤੇ ਉਹਦੇ ਮਗਰ ਹੀ ਦੂਜੇ ਮੁੰਡੇ ਵੀ ਭੱਜਿਆ, ਨਾਲ ਉਹਨੂੰ ਕੁੱਟਿਆ ਅੰਦਰ, ਨਾਲੇ ਦੁਕਾਨ ਦਾ ਸਾਰਾ ਸਮਾਨ ਵੀ ਭੰਨ ਤੋੜ ਕਰ ਦਿੱਤਾ। अब दुकान कितने भाई अपने की है? ਇਹ ਭਾਈ ਆਪਣੀ ਪੈਣ ਦੀ ਹੈ, ਬਸਤੀ ਬਾਵਾ ਖੇਲ ਕਬੀਰ ਵਿਹਾਰ। ਸ਼ੁਭ ਨਾਮ ਕੀ, ਸ਼ੁਭ ਦਾ ਕੀ ਨਾਮ ਹੈ? ਦੁਕਾਨ ਦੇ ਬਾਹਰ ਕੁਝ ਵਿਅਕਤੀ ਲੜਦੇ ਸੀਗੇ ਆਪਸ ਵਿੱਚ, ਉਹਨਾਂ 'ਚ ਇੱਕ ਆਪਣੇ ਬਚਾਅ ਲਈ ਦੁਕਾਨ ਦੇ ਅੰਦਰ ਜਾ ਵੜਿਆ ਤੇ ਉੱਥੇ ਵੀ ਉਹਨੇ ਭੰਨ ਤੋੜ ਕੀਤੀ ਆ ਤੇ ਮੁੜ ਕੇ ਖਿਸਕ ਗਏ ਉੱਥੇ। ਆਹ 2 ਮੋਟਰਸਾਈਕਲ ਤੇ ਐਕਟਿਵਾ ਲੈ ਆਂਦੀ ਇੱਥੇ। ਤੇ ਅਸੀਂ ਹੁਣ ਤੱਕ ਦੀਆਂ ਖਾਸ ਖਬਰਾਂ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਸਵੇਰਾ ਸਿਟੀ ਜਲੰਧਰ ਦੇ ਨਾਲ। ਇਹ ਇੱਕ
ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ, ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ਵਿਧਾਨ ਸਭਾ 'ਚ ਗੂੰਜਿਆ ਕੇਬਲ ਮਾਫੀਆ ਦਾ ਮੁੱਦਾ। ਕੁੰਵਰ ਵਿਜੇ ਪ੍ਰਤਾਪ ਨੇ ਚੁੱਕਿਆ ਮਸਲਾ। ਐਮਐਲਏ ਬੋਲੇ ਨਿੱਜੀ ਮੁਨਾਫੇ ਲਈ ਕਿਸੇ ਨੂੰ ਨਹੀਂ ਦਿੱਤੀ ਗਈ ਬਿੱਟ। ਹੁਣ ਸਰਕਾਰ ਕੱਸੇਗੀ ਕੇਬਲ ਮਾਫੀਆ ਤੇ ਸ਼ਿਕੰਜਾ। ਬੰਦ ਹੋਵੇਗੀ ਫਾਸਟਵੇ ਦੀ ਧੱਕੇਸ਼ਾਹੀ। ਮਾਨ ਸਰਕਾਰ ਨੇ ਕੀਤਾ ਸੀ ਕੇਬਲ ਮਾਫੀਏ ਦੇ ਖਾਤਮੇ ਦਾ ਵਾਅਦਾ। ਹੁਣ ਚੌਪਟ ਹੋਵੇਗਾ ਬਲੈਕਮੇਲਰਾਂ ਦਾ ਕਾਰੋਬਾਰ। ਕੇਬਲ ਆਪਰੇਟਰਾਂ ਨੂੰ ਇਕੱਠੇ ਕਰਕੇ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਕਹਿੰਦਾ ਸੀ ਫਾਸਟਵੇ। ਪੰਜਾਬ ਸਰਕਾਰ ਕੇਬਲ ਮਾਫੀਆ ਦੇ ਉੱਪਰ ਸ਼ਿਕੰਜਾ ਕੱਸਣ ਵੱਲ ਵਧ ਰਹੀ ਹੈ। ਇਸੇ ਲਈ ਅੱਜ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ। ਐਮਐਲਏ ਕੁੰਵਰ ਵਿਜੇ ਪ੍ਰਤਾਪ ਨੇ ਕੇਬਲ ਮਾਫੀਆ ਦੀ ਗੱਲ ਕੀਤੀ ਅਤੇ ਕਿਹਾ ਕਿ ਨਿੱਜੀ ਮੁਨਾਫੇ ਦੇ ਵਾਸਤੇ ਕਿਸੇ ਨੂੰ ਬਿੱਡ ਹੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਦੇ ਉੱਪਰ ਜਲਦ ਕਾਰਵਾਈ ਦਾ ਭਰੋਸਾ ਵੀ ਦਿਵਾਇਆ ਗਿਆ ਹੈ ਤੇ ਜੋ ਫਾਸਟਵੇ ਧੱਕੇਸ਼ਾਹੀ ਕਰ ਰਿਹਾ ਸੀ ਉਹ ਵੀ ਬੰਦ ਹੋਵੇਗੀ। ਦੱਸਦੀ ਕਿ ਚੋਣਾਂ ਤੋਂ ਪਹਿਲਾਂ ਹੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹੋਰ ਮਾਫੀਆ ਦੇ ਨਾਲ-ਨਾਲ ਕੇਬਲ ਮਾਫੀਆ ਨੂੰ ਵੀ ਪੰਜਾਬ 'ਚੋਂ ਖਤਮ ਕੀਤਾ ਜਾਏਗਾ, ਜਿਸ ਦੇ ਨਾਲ ਕੇਬਲ ਆਪਰੇਟਰ ਅਤੇ ਗਾਹਕਾਂ ਦਾ ਫਾਇਦਾ ਹੋਏਗਾ ਤੇ ਲੋਕਾਂ ਨੂੰ ਸਸਤੀ ਕੇਬਲ ਮੁਹੱਈਆ ਹੋਵੇਗੀ। ਤੇ ਇਸੇ ਵਾਅਦੇ ਦੇ ਉੱਪਰ ਹੁਣ ਮਾਨ ਸਰਕਾਰ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਦੱਸਦੀ ਕਿ ਫਾਸਟਵੇ ਦੇ ਵੱਲੋਂ ਲਗਾਤਾਰ ਆਪਣੀ ਮੋਨੋਪੋਲੀ ਬਣਾ ਕੇ ਰੱਖੀ ਹੋਈ ਸੀ। ਕੇਬਲ ਆਪਰੇਟਰਾਂ ਨੂੰ ਇਕੱਠਾ ਕਰਕੇ ਚੋਣਾਂ ਦੇ ਦਿਨਾਂ ਦੇ ਵਿੱਚ ਇੱਕ ਸਿਆਸੀ ਪਾਰਟੀ ਨੂੰ ਵੋਟਾਂ ਪਾਉਣ ਲਈ ਵੀ ਕਿਹਾ ਜਾਂਦਾ ਸੀ, ਲੇਕਿਨ ਹੁਣ ਵਕਤ ਬਦਲ ਚੁੱਕਿਆ ਹੈ, ਸਰਕਾਰ ਬਦਲ ਚੁੱਕੀ ਹੈ ਤੇ ਹੁਣ ਕੇਬਲ ਮਾਫੀਆ ਦਾ ਖਾਤਮਾ ਹੋਣ ਜਾ ਰਿਹਾ ਹੈ। ਇਹ ਇੱਕ ਹੋਰ ਵੀ ਮਾਫੀਆ ਹੈ। ਜੇਕਰ ਇਨਕੁਆਇਰੀ ਹੋਊਗੀ ਤਾਂ ਇੱਕ ਕੇਬਲ ਮਾਫੀਆ ਵੀ ਆਊਗਾ ਬਹੁਤ ਵੱਡਾ, ਤੇ ਕਿਸੇ ਨੂੰ ਬੀੜ ਦੇਣ ਹੀ ਨਹੀਂ ਦਿੱਤਾ ਗਿਆ ਕਿਉਂਕਿ ਨਿੱਜੀ ਤੌਰ ਤੇ ਖਰੀਦਣਾ ਸੀਗਾ। ਬਿਊਰੋ ਰਿਪੋर्ट, दैनिक सवेरा टीवी। किसी भी मुद्दे की हो बात, हम नहीं डरे, नहीं झुके। धर्म या राजनीति की हो खबर, हमेशा बने आपकी आवाज। आपके विश्वास ने ही बनाया हमें निडर। 6 राज्य, एक अखबार, दैनिक सवेरा, अंधेरे से उजाले की ओर।